ਕੈਨੇਡਾ ਸਰਕਾਰ ਵੱਲੋਂ ਤਾਜ਼ਾ ਜਾਣਕਾਰੀ ਦੱਸਾਂਗੇ। ਕਿਹੜੇ ਕਾਮਿਆਂ ਨੂੰ ਨਹੀਂ ਮਿਲੇਗੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਕੋਵਿਡ-19 ਦੌਰਾਨ ਵਿੱਤੀ ਮਦਦ। ਐਡਮੰਟਨ ਤੋਂ ਇੱਕ 11 ਸਾਲ ਦੀ ਬੱਚੀ ਲਾਪਤਾ ਹੈ, ਜਿਸ ਨੂੰ ਲੱਭਣ ਦੇ ਲਈ ਸਹਿਯੋਗ ਦੀ ਮੰਗ। ਵੈਸਟਜੈਟ 에ਅਰਲਾਈਨਸ ਦਾ ਐਲਾਨ, ਕਈ ਫਲਾਈਟਾਂ ਨੂੰ ਰੱਦ ਕੀਤਾ ਜਾ ਰਿਹਾ ਹੈ ਜਨਵਰੀ ਦੇ ਵਾਸਤੇ। ਆਖਿਰ ਕਿਉਂ, ਦੱਸਾਂਗੇ ਜਾਣਕਾਰੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫੇਰੀ ਸਰਵਿਸ ਵੀ ਹੋਈ ਪ੍ਰਭਾਵਿਤ, ਕਈ ਰੂਟ ਕਰਨੇ ਪਏ ਰੱਦ। ਕਿਊਬੈਕ ਵਿੱਚ ਸਰਕਾਰ ਨੇ ਮੁੜ ਤੋਂ ਕਰਫਿਊ ਦਾ ਕੀਤਾ ਐਲਾਨ, 31 ਦਸੰਬਰ ਤੋਂ ਕਰਫਿਊ ਮੁੜ ਤੋਂ ਲਾਗੂ ਹੋ ਰਿਹਾ ਹੈ। ਰਜਾਈਨਾ 'ਚ ਕੜਾਕੇ ਦੀ ਠੰਡ ਤੇ ਤਾਪਮਾਨ 'ਚ ਵੱਡੀ ਗਿਰਾਵਟ, ਟੁੱਟਿਆ 137 ਸਾਲ ਦਾ ਰਿਕਾਰਡ। ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਜੋ ਕੈਨੇਡਾ ਸਰਕਾਰ ਨੇ ਦੱਸਿਆ ਕਿ ਕਿਹੜੇ ਕਾਮਿਆਂ ਨੂੰ ਵਿੱਤੀ ਮਦਦ ਨਹੀਂ ਮਿਲ ਸਕੇਗੀ ਜੋ ਕੋਵਿਡ-19 ਦੇ ਦੌਰਾਨ ਸ਼ੁਰੂ ਕੀਤੀ ਗਈ। ਕੈਨੇਡਾ ਸਰਕਾਰ ਦੇ ਵੱਲੋਂ ਯਾਦ ਕਰਵਾਇਆ ਗਿਆ ਹੈ ਕਿ ਜੋ ਉਹਨਾਂ ਦੇ ਵੱਲੋਂ ਬੈਨੀਫਿਟ ਦਿੱਤੇ ਜਾ ਰਹੇ ਨੇ ਕਿ ਵਿੱਤੀ ਮਦਦ ਉਹਨਾਂ ਦੇ ਵਾਸਤੇ ਜਿਨ੍ਹਾਂ ਦੇ ਕੰਮ ਚੱਲੇ ਗਏ ਨੇ ਕੋਵਿਡ-19 ਦੇ ਕਰਕੇ ਉਹਨਾਂ ਦੇ ਉੱਤੇ ਪ੍ਰਭਾਵ ਪਿਆ ਹੈ, ਉਹ ਉਹਨਾਂ ਦੇ ਵਾਸਤੇ ਨਹੀਂ ਹੈ ਜਿਹੜੇ ਕਿ ਕੋਵਿਡ-19 ਦਾ ਟੀਕਾ ਨਹੀਂ ਲਗਵਾ ਰਹੇ। ਦਰਅਸਲ ਕਈ ਕਾਮੇ ਜੋ ਕੋਵਿਡ-19 ਦਾ ਟੀਕਾ ਨਹੀਂ ਲਗਵਾ ਰਹੇ ਉਹਨਾਂ ਨੂੰ ਕੰਮ ਛੱਡਣਾ ਪਿਆ। ਅਜਿਹੇ ਵਿੱਚ ਫੈਡਰਲ ਸਰਕਾਰ ਵੱਲੋਂ ਵਿੱਤੀ ਮਦਦ ਨਹੀਂ ਦਿੱਤੀ ਜਾਵੇਗੀ। ਇਸ ਦੇ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦਾ ਟੀਚਾ ਹੈ ਕਿ ਕਿਸੇ ਵੀ ਥਾਂ ਦੇ ਉੱਤੇ ਕੋਵਿਡ-19 ਦਾ ਆਊਟਬ੍ਰੇਕ ਨਾ ਹੋਵੇ। ਕੋਵਿਡ-19 ਦੇ ਮਾਮਲਿਆਂ ਨੂੰ ਫੈਲਣ ਤੋਂ ਇਸੇ ਨਾਲ ਰੋਕਿਆ ਜਾ ਸਕਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਲੋਕ ਟੀਕੇ ਲਗਵਾ ਲੈਣ ਤੇ ਜੇਕਰ ਕਾਮਿਆਂ ਨੇ ਟੀਕੇ ਨਾ ਲਗਵਾਏ ਹੋਣਗੇ ਤੇ ਕੋਵਿਡ-19 ਉਹਨਾਂ ਨੂੰ ਹੋਇਆ ਤਾਂ ਉਸ ਥਾਂ ਦੇ ਉੱਤੇ ਹੋਰ ਜ਼ਿਆਦਾ ਮਾਮਲੇ ਸਾਹਮਣੇ ਆ ਸਕਦੇ ਨੇ ਜੋ ਕਿ ਖਤਰਾ ਪੈਦਾ ਕਰ ਸਕਦਾ ਹੈ, ਜਿਸ ਦੇ ਬਾਰੇ ਦਾਅਵਾ ਕਰਦੇ ਹੋਏ ਇੰਪਲੋਇਮੈਂਟ ਮਿਨਿਸਟਰ ਨੇ ਜਾਣਕਾਰੀ ਦਿੱਤੀ ਤੇ ਨਾਲ ਹੀ ਕਿਹਾ ਕਿ ਵਿੱਤੀ ਪੱਧਰ ਦੇ ਉੱਤੇ ਮਦਦ ਉਹਨਾਂ ਲਈ ਮੌਜੂਦ ਨਹੀਂ ਹੋਵੇਗੀ ਤੇ ਇਸ ਕਰਕੇ ਜਾਂ ਤਾਂ ਉਹਨਾਂ ਨੂੰ ਕੰਮ ਦੇ ਘੰਟੇ ਮਿਲਣੇ ਘੱਟ ਹੋ ਗਏ ਨੇ ਜਾਂ ਫਿਰ ਉਹਨਾਂ ਦਾ ਕੰਮ ਚੱਲਿਆ ਗਿਆ। ਸਿਰਫ ਉਹਨਾਂ ਨੂੰ ਛੋਟ ਹੈ ਜਿਨ੍ਹਾਂ ਨੂੰ ਕੋਈ ਮੈਡੀਕਲ ਛੋਟ ਮਿਲੀ ਹੋਈ ਹੈ ਕਿ ਕੋਵਿਡ-19 ਦਾ ਟੀਕਾ ਉਹ ਨਹੀਂ ਲਗਵਾ ਸਕਦੇ, ਉਹਨਾਂ ਦੇ ਕੋਲ ਡਾਕਟਰ ਨੋਟ ਹੈ, ਜਿਸ ਤੋਂ ਬਾਅਦ ਹੀ ਉਹਨਾਂ ਨੂੰ ਜੋ ਸਰਕਾਰ ਤੋਂ ਵਿੱਤੀ ਸਹਾਇਤਾ ਹੈ ਉਹ ਮਿਲ ਸਕਦੀ ਹੈ। ਜੋ ਵੱਖੋ ਵੱਖਰੇ ਪ੍ਰੋਗਰਾਮ ਉਹਨਾਂ ਦੇ ਲਈ ਲਿਆਂਦੇ ਗਏ ਨੇ ਜਿਨ੍ਹਾਂ ਦੇ ਕੋਵਿਡ-19 ਦੇ ਕਰਕੇ ਕੰਮ ਚਲੇ ਜਾਂਦੇ ਨੇ। ਅੱਗੇ ਜਾਣਕਾਰੀ ਕਿ ਐਡਮੰਟਨ ਵਿੱਚ ਪੁਲਿਸ ਤੇ ਪਰਿਵਾਰ ਦੇ ਵੱਲੋਂ 11 ਸਾਲ ਦੀ ਇਸ ਬੱਚੀ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਦਾ ਨਾਮ ਲੈਗਸਨੀ ਸਟੈਟਨਰ ਹੈ, ਜਿਸ ਨੂੰ ਕਿ ਆਖਰੀ ਵਾਰ ਮੰਗਲਵਾਰ ਦੀ ਸ਼ਾਮ ਨੂੰ ਦੇਖਿਆ ਗਿਆ ਸੀ ਪੱਛਮੀ ਐਡਮੰਟਨ ਦੇ ਵਿੱਚ ਉਸਦੇ ਘਰ ਤੋਂ ਨਿਕਲਦੇ ਹੋਏ, ਜਿਸ ਦੇ ਬਾਰੇ ਉਸਦੇ ਪਰਿਵਾਰ ਨੇ ਦੱਸਿਆ ਕਿ ਉਹ 147 ਸਟਰੀਟ ਤੇ 104 ਐਵੇਨਿਊ ਦੇ ਨੇੜੇ ਰਹਿੰਦੇ ਨੇ ਤੇ ਬੁੱਧਵਾਰ ਨੂੰ ਸਵੇਰੇ 2 ਵਜੇ ਦੇ ਕਰੀਬ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ, ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ 5 ਫੁੱਟ 1 ਇੰਚ ਦੇ ਕਰੀਬ ਇਸ ਬੱਚੀ ਦਾ ਕੱਦ ਹੈ, ਜਿਸ ਦੇ ਕਿ ਭੂਰੇ ਵਾਲ ਨੇ ਤੇ ਆਖਰੀ ਵਾਰ ਉਸਨੇ ਇੱਕ ਸਵੈਟਰ ਪਾਇਆ ਹੋਇਆ ਸੀ, ਬੈਕਪੈਕ ਵੀ ਪਾਇਆ ਹੋਇਆ ਸੀ, ਐਨਕ ਵੀ ਲਗਾਈ ਹੋਈ ਸੀ ਤੇ ਸਫੇਦ ਸਵੈਟ ਪੈਂਟਸ ਪਾਈਆਂ ਹੋਈਆਂ ਸਨ। ਜਿਸ ਦੇ ਬਾਰੇ ਜਾਣਕਾਰੀ ਦੱਸਦੇ ਹੋਏ ਦੱਸਿਆ ਗਿਆ ਹੈ ਕਿ ਸਟੈਟਨਰ ਨੇ ਅਜਿਹੇ ਕੱਪੜੇ ਨਹੀਂ ਸਨ ਪਾਏ ਹੋਏ ਜੋ ਕਿ ਇਸ ਕੜਾਕੇ ਦੀ ਠੰਡ ਦੇ ਵਿੱਚ ਪਾਏ ਜਾਣੇ ਚਾਹੀਦੇ ਨੇ, ਜਿਸ ਕਰਕੇ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ। ਤੇ ਐਡਮੰਟਨ ਪੁਲਿਸ ਸਰਵਿਸ ਦਾ ਜੋ ਬਿਆਨ ਹੈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਵੀ 11 ਸਾਲ ਦੀ ਇਸ ਬੱਚੀ ਦੇ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ 780 423 4567 ਦੇ ਉੱਤੇ ਫੋਨ ਕਰਕੇ ਤੁਰੰਤ ਦੱਸਿਆ ਜਾਵੇ। ਵੈਸਟਜੈਟ 에ਅਰਲਾਈਨਸ ਲਿਮਿਟਿਡ ਕੰਪਨੀ ਨੇ ਤਾਜ਼ਾ ਬਿਆਨ ਜਾਰੀ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਨਵਰੀ ਮਹੀਨੇ ਦੇ ਅੰਤ ਤੱਕ 15% ਤੱਕ ਉਹਨਾਂ ਦੀਆਂ ਫਲਾਈਟਾਂ ਨੂੰ ਰੱਦ ਕੀਤਾ ਜਾਵੇਗਾ। ਦਰਅਸਲ ਓਮਿਕਰੋਨ ਵੇਰੀਐਂਟ ਦੇ ਕਰਕੇ ਸਟਾਫ ਵਿੱਚ ਕਮੀ ਪਾਈ ਜਾ ਰਹੀ ਹੈ। ਕੈਲਗਰੀ ਦੀ ਇਹ 에ਅਰਲਾਈਨ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ 35% ਤੱਕ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ 'ਚ ਵਾਧਾ ਪਾਇਆ ਗਿਆ ਹੈ ਜੋ ਤਾਜ਼ਾ ਇਸ ਸਮੇਂ ਦਿਨ ਚੱਲ ਰਹੇ ਨੇ ਉਹਨਾਂ ਦੌਰਾਨ, ਜਿਸ ਕਰਕੇ 181 ਵੈਸਟਜੈਟ ਦੇ ਕਾਮੇ ਨੇ ਜੋ ਉਹ ਇਸ ਸਮੇਂ ਕੋਵਿਡ-19 ਦੇ ਕਰਕੇ ਪ੍ਰਭਾਵਿਤ ਨੇ। ਇਸ ਨਾਲ ਹੀ ਕੰਪਨੀ ਨੇ ਕਿਹਾ ਹੈ ਕਿ ਫਲਾਈਟਾਂ ਵਿੱਚ ਦੇਰੀ ਦੇ ਵਿੱਚ ਵੀ ਕਾਫੀ ਵਾਧਾ ਹੋ ਰਿਹਾ ਹੈ ਤੇ ਨਾਲ ਹੀ ਪਿਛਲੇ 72 ਘੰਟੇ ਦੇ ਵਿੱਚ ਵੱਡੀ ਗਿਣਤੀ ਫਲਾਈਟਾਂ ਪਹਿਲਾਂ ਹੀ ਰੱਦ ਹੋ ਗਈਆਂ ਨੇ, ਜਿਸ ਦੇ ਲਈ ਇਹ ਵੀ ਦੱਸਿਆ ਗਿਆ ਹੈ ਕਿ ਆਉਂਦੇ ਸਮੇਂ ਵਾਸਤੇ ਵੀ ਉਹ ਅਜਿਹਾ ਕੋਈ ਵੀ ਦਾਅਵਾ ਨਹੀਂ ਕਰ ਸਕਦੇ ਕਿ ਸਮੇਂ ਸਿਰ ਫਲਾਈਟਾਂ ਉਡਾਣ ਭਰਨਗੀਆਂ ਤੇ ਜਾਂ ਫਿਰ ਫਲਾਈਟਾਂ ਨੂੰ ਰੱਦ ਨਾ ਕੀਤਾ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਹੀ ਅਮਰੀਕਾ ਤੋਂ ਆਉਣ ਵਾਲੀਆਂ 850 ਫਲਾਈਟਾਂ ਨੂੰ ਰੱਦ ਕਰਨਾ ਪਿਆ, ਜੋ ਕਿ ਫਲਾਈਟ ਟਰੈਕਿੰਗ ਵੈਬਸਾਈਟ ਦੇ ਉੱਤੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ 1300 ਫਲਾਈਟਾਂ ਨੂੰ ਮੰਗਲਵਾਰ ਨੂੰ ਅਮਰੀਕਾ ਦੇ ਵਿੱਚ ਰੱਦ ਕਰਨਾ ਪਿਆ ਸੀ ਤੇ ਸੋਮਵਾਰ ਨੂੰ 1500 ਫਲਾਈਟਾਂ ਰੱਦ ਹੋਈਆਂ ਸਨ। ਵੈਸਟਜੈਟ ਦਾ ਕਹਿਣਾ ਹੈ ਕਿ ਜਿਹੜੇ ਵੀ ਗ੍ਰਾਹਕ ਉਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਨਾਲ ਹੀ ਉਹਨਾਂ ਨੇ ਫਲਾਈਟਾਂ ਬੁੱਕ ਕੀਤੀਆਂ ਹੋਈਆਂ ਨੇ ਤਾਂ ਇਸ ਗੱਲ ਦੇ ਉੱਤੇ ਧਿਆਨ ਜ਼ਰੂਰ ਦੇਣ ਕਿ ਕਿਤੇ ਉਹਨਾਂ ਦੀ ਫਲਾਈਟ ਰੱਦ ਤਾਂ ਨਹੀਂ ਹੋ ਗਈ, ਜਿਸ ਦੇ ਬਾਰੇ ਉਹਨਾਂ ਦੀ ਵੈਬਸਾਈਟ ਦੇ ਉੱਤੇ ਵੀ ਨਾਲ ਦੀ ਨਾਲ ਉਹ ਦੇਖ ਸਕਦੇ ਨੇ।
ਇਸ ਦੇ ਨਾਲ ਹੀ ਇਹ ਵੀ ਹੈ ਕਿ ਵੈਸਟ ਜੈਟ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦੇ ਜਿਹੜੇ ਵੀ ਗ੍ਰਾਹਕ ਪ੍ਰਭਾਵਿਤ ਹੋਣਗੇ ਫਲਾਈਟਾਂ ਰੱਦ ਹੋਣ ਦੇ ਕਰਕੇ, ਉਹਨਾਂ ਨੂੰ ਸੰਪਰਕ ਕਰਕੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਟਾਫ ਦੀ ਕਮੀ ਦੇ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀਰਵਾਰ ਨੂੰ ਫੇਰੀ ਸਰਵਿਸ ਦੇ ਉੱਤੇ ਵੀ ਪ੍ਰਭਾਵ ਪਿਆ। BC ਫੇਰੀਜ਼ ਤੋਂ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਦਸੰਬਰ 30 ਦੇ ਦਿਨ 2 ਰਾਊਂਡ ਟ੍ਰਿਪ ਰੱਦ ਕਰਨੇ ਪਏ ਨੇ। ਸਵਾਟਸ ਬੇ ਤੋਂ ਸਵਾਸਨ ਦੇ ਜੋ ਰੂਟ ਨੇ, ਇਹਨਾਂ ਦੇ ਵਾਸਤੇ ਹੀ ਟ੍ਰਿਪ ਰੱਦ ਕਰਨੇ ਪਏ ਨੇ, ਜਿਸ ਦੇ ਪਿੱਛੇ ਮੁੱਖ ਕਾਰਨ ਹੈ ਸਟਾਫ ਦੀ ਕਮੀ। ਦਰਅਸਲ ਕੋਵਿਡ-19 ਦੇ ਕਰਕੇ ਜੋ ਹਾਲਾਤ ਬਣੇ ਹੋਏ ਨੇ, ਇਸ ਕਰਕੇ ਵੀ ਤੇ ਨਾਲ ਹੀ ਇਸ ਸਮੇਂ ਛੁੱਟੀਆਂ ਦੇ ਦਿਨ ਚੱਲ ਰਹੇ ਨੇ, ਜ਼ਿਆਦਾਤਰ ਸਟਾਫ ਨੇ ਛੁੱਟੀਆਂ ਵੀ ਲਈਆਂ ਹੋਈਆਂ ਨੇ, ਜਿਸ ਕਰਕੇ ਫੇਰੀਜ਼ ਦੇ ਵਾਸਤੇ ਸਟਾਫ ਪੂਰਾ ਨਹੀਂ ਹੋ ਸਕਿਆ ਤੇ ਉਹਨਾਂ ਨੂੰ ਤੁਰੰਤ ਇਹ ਟ੍ਰਿਪ ਰੱਦ ਹੀ ਕਰਨੇ ਪਏ, ਜੋ ਕਿ ਸਵਾਸਨ ਤੋਂ ਦੁਪਹਿਰ ਦੇ 12 ਵਜੇ ਤੇ ਸ਼ਾਮ ਦੇ 4 ਵਜੇ ਫੇਰੀ ਨੇ ਜਾਣਾ ਸੀ ਤੇ ਇਸ ਦੇ ਨਾਲ ਹੀ ਸਵਾਟਸ ਬੇ ਤੋਂ ਦੁਪਹਿਰ ਦੇ 2 ਵਜੇ ਤੇ ਸ਼ਾਮ ਦੇ 6 ਵਜੇ ਫੇਰੀ ਨੇ ਜਾਣਾ ਸੀ, ਜਿਸ ਨੂੰ ਕਿ ਰੱਦ ਕਰਨਾ ਪਿਆ, ਜਿਸ ਦੇ ਬਾਰੇ BC ਫੇਰੀਜ਼ ਦੇ ਵੱਲੋਂ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦੱਸੀ ਗਈ ਹੈ, ਜਿਸ ਦੇ ਵਿੱਚ ਕਿਹਾ ਗਿਆ ਕਿ ਜਿੰਨੀ ਸੀਮਤ ਸੀਮਾ ਦੇ ਵਿੱਚ ਫੇਰੀ ਦੇ ਉੱਤੇ ਸਟਾਫ ਮੈਂਬਰ ਹੋਣੇ ਚਾਹੀਦੇ ਨੇ, ਉਨੇ ਪੂਰੇ ਨਹੀਂ ਹੋ ਸਕੇ, ਜਿਸ ਕਰਕੇ ਤੁਰੰਤ ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ, ਕਿਉਂਕਿ ਟਰਾਂਸਪੋਰਟ ਕੈਨੇਡਾ ਦੇ ਕਾਨੂੰਨ ਮੁਤਾਬਕ ਐਮਰਜੈਂਸੀ ਦੇ ਵਾਸਤੇ ਸਟਾਫ ਇੱਕ ਸੀਮਤ ਗਿਣਤੀ ਦੇ ਵਿੱਚ ਫੇਰੀ ਦੇ ਉੱਤੇ ਹੋਣਾ ਜ਼ਰੂਰੀ ਹੈ ਹਰ ਵਾਰ, ਜਿਸ ਨੂੰ ਪੂਰਾ ਨਾ ਕੀਤੇ ਜਾਣ ਦੇ ਉੱਤੇ ਉਹਨਾਂ ਨੂੰ ਇਹ ਟ੍ਰਿਪ ਰੱਦ ਕਰਨੇ ਪਏ ਤੇ ਜਿਨ੍ਹਾਂ ਨੇ ਵੀ ਇਹਨਾਂ ਟ੍ਰਿਪਸ ਦੇ ਵਾਸਤੇ ਬੁਕਿੰਗ ਕਰਵਾਈ ਹੋਈ ਸੀ, ਉਹਨਾਂ ਨੂੰ ਉਹਨਾਂ ਦੀ ਫੀਸ ਹੈ ਜੋ ਵਾਪਸ ਮਿਲੇਗੀ, ਜਿਨ੍ਹਾਂ ਨੇ ਵੀ ਟਿਕਟਾਂ ਲਈਆਂ ਹੋਈਆਂ ਸਨ। ਇਸ ਬਾਰੇ ਪੂਰੀ ਅਪਡੇਟ ਲੈਣ ਦੇ ਵਾਸਤੇ ਕਿ ਭਵਿੱਖ ਵਿੱਚ BC ਫੇਰੀਜ਼ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਜਾਂਦੀ ਹੈ, ਤਾਂ ਤੁਸੀਂ ਉਹਨਾਂ ਦੇ ਟਵਿੱਟਰ ਦੇ ਉੱਤੇ ਵੀ @BC ਫੇਰੀਜ਼ ਦੇ ਉੱਤੇ ਜਾ ਕੇ ਸਾਰੀ ਜਾਣਕਾਰੀ ਲੈ ਸਕਦੇ ਹੋ, ਜਾਂ ਫਿਰ www.bcferries.com ਦੇ ਉੱਤੇ ਵੀ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕਿਹੜੇ ਟ੍ਰਿਪ ਨੇ ਜੋ ਰੱਦ ਕੀਤੇ ਜਾ ਸਕਦੇ ਨੇ ਜਾਂ ਰੱਦ ਕੀਤੇ ਗਏ ਨੇ, ਜਾਂ ਕੋਈ ਅਪਡੇਟ ਆਈ ਹੋਵੇ ਉਸ ਰੂਟ ਦੇ ਬਾਰੇ ਜਿਸ ਦੇ ਲਈ ਤੁਸੀਂ ਟਿਕਟ ਵੀ ਲਈ ਹੋਈ ਹੋਵੇ ਪਹਿਲਾਂ ਤੋਂ। ਅੱਗੇ ਜਾਣਕਾਰੀ ਜੋ ਕਿਊਬੈਕ ਵਿੱਚ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ 31 ਦਸੰਬਰ ਤੋਂ ਮੁੜ ਤੋਂ ਕਰਫਿਊ ਸੂਬੇ 'ਚ ਲਾਗੂ ਹੋਵੇਗਾ। ਕਿਊਬੈਕ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਸੂਬੇ ਵਿੱਚ ਮੁੜ ਤੋਂ ਕਰਫਿਊ ਲੱਗੇਗਾ। ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ 31 ਦਸੰਬਰ ਤੋਂ ਕਿਊਬੈਕ ਵਿੱਚ ਕਰਫਿਊ ਸ਼ੁਰੂ ਹੋ ਜਾਵੇਗਾ। ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਡੇ ਪੱਧਰ ਦੇ ਉੱਤੇ ਵਧ ਰਹੀ ਹੈ, ਜਿਸ ਤੋਂ ਬਾਅਦ ਕਿਊਬੈਕ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਹੈ ਓਮਿਕਰੋਨ ਵੇਰੀਐਂਟ ਦੇ ਕਰਕੇ ਖਾਸ ਤੌਰ ਦੇ ਉੱਤੇ, ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਡਾਈਨਿੰਗ ਸਰਵਿਸ ਹੈ ਜੋ ਉਹ ਵੀ ਬੰਦ ਰਹੇਗੀ, ਨਿੱਜੀ ਇਕੱਠ ਵੀ ਨਹੀਂ ਕੀਤੇ ਜਾ ਸਕਣਗੇ। ਇਸ ਦੇ ਨਾਲ ਹੀ ਪਰਿਵਾਰ ਸਿਰਫ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਹੀ ਇਕੱਠੇ ਹੋ ਸਕਣਗੇ, ਉਹਨਾਂ ਤੋਂ ਇਲਾਵਾ ਕੋਈ ਹੋਰ ਉਹਨਾਂ ਦੇ ਨਾਲ ਆ ਕੇ ਇਕੱਠ ਵਿੱਚ ਸ਼ਾਮਲ ਨਹੀਂ ਹੋ ਸਕੇਗਾ, ਜਿਸ ਦੇ ਬਾਰੇ ਕਿਊਬੈਕ ਦੇ ਪ੍ਰੀਮੀਅਰ ਨੇ ਵੀਰਵਾਰ ਨੂੰ ਐਲਾਨ ਕੀਤਾ, ਜਿਸ ਦੇ ਵਿੱਚ ਸਿਹਤ ਮੰਤਰੀ ਕ੍ਰਿਸਟੇਨ ਰੂਬੇ ਵੀ ਉਹਨਾਂ ਦੇ ਨਾਲ ਸਨ ਤੇ ਪਬਲਿਕ ਹੈਲਥ ਡਾਇਰੈਕਟਰ ਵੀ ਉਹਨਾਂ ਦੇ ਨਾਲ ਸਨ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਜਾਣਦੇ ਨੇ ਕਿ ਸਾਰੇ ਥੱਕ ਚੁੱਕੇ ਨੇ, ਪਰ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਸਾਰਿਆਂ ਨੂੰ ਸੁਰੱਖਿਅਤ ਰੱਖਿਆ ਜਾਵੇ, ਜਿਸ ਨੂੰ ਲੈ ਕੇ ਕਿਹਾ ਗਿਆ ਕਿ ਜਿਵੇਂ ਗੁਰੂ ਘਰ, ਚਰਚ, ਮੰਦਿਰ ਜਾਂ ਜਿਹੜੀਆਂ ਵੀ ਧਾਰਮਿਕ ਸਥਾਨ ਨੇ ਉਹਨਾਂ ਨੂੰ ਵੀ ਬੰਦ ਕੀਤਾ ਜਾਵੇਗਾ ਕਿ ਲੋਕ ਉੱਥੇ ਨਹੀਂ ਜਾ ਸਕਣਗੇ। ਸਿਰਫ ਜੇਕਰ ਕਿਸੇ ਦੇ ਅੰਤਮ ਸੰਸਕਾਰ ਦੀਆਂ ਰਸਮਾਂ ਨੇ ਉਹਨਾਂ ਦੇ ਵਿੱਚ 25 ਵਿਅਕਤੀ ਇਕੱਠੇ ਹੋ ਸਕਦੇ ਨੇ, ਉਸ ਤੋਂ ਇਲਾਵਾ ਹੋਰ ਨਹੀਂ ਹੋ ਸਕਦੇ। ਇਸ ਦੇ ਨਾਲ ਹੀ ਜਿਹੜੀਆਂ ਇੰਡੋਰ ਖੇਡਾਂ ਨੇ ਉਹਨਾਂ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜਿੰਨੇ ਵੀ ਸਟੋਰ ਨੇ ਉਹ ਐਤਵਾਰ ਨੂੰ ਬੰਦ ਰਹਿਣਗੇ ਅਗਲੇ 3 ਹਫ਼ਤੇ ਤੱਕ। ਸਿਰਫ ਗੈਸ ਸਟੇਸ਼ਨ ਤੇ ਫਾਰਮੇਸੀਜ਼ ਤੇ ਹੋਰ ਜਿਹੜੇ ਜ਼ਰੂਰੀ ਕੰਮ ਨੇ ਉਹਨਾਂ ਦੇ ਸਟੋਰ ਨੇ ਉਹ ਹੀ ਖੁੱਲੇ ਰਹਿਣਗੇ, ਜਿਸ ਦੇ ਲਈ ਇਜਾਜ਼ਤ ਹੈ। ਐਤਵਾਰ ਨੂੰ ਬਾਕੀ ਸਟੋਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀਜ਼ ਨੂੰ ਵੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਨਵਰੀ 17 ਤੱਕ, ਜਿਸ ਦੇ ਬਾਰੇ ਕਿਊਬੈਕ ਸਰਕਾਰ ਨੇ ਤਾਜ਼ਾ ਐਲਾਨ ਕੀਤਾ ਹੈ। ਹੁਣ ਤੁਹਾਨੂੰ ਦੱਸਾਂਗੇ ਜੋ ਸਰੀ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਉਸ ਦੇ ਬਾਰੇ। ਸਰੀ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ। ਸਰੀ RCMP ਨੇ ਜਾਣਕਾਰੀ ਦਿੱਤੀ ਹੈ ਕਿ ਸਰੀ ਸੈਂਟਰ ਖੇਤਰ ਵਿੱਚ ਇੱਕ ਘਰ 'ਚ ਗੋਲੀਆਂ ਚੱਲੀਆਂ ਨੇ, ਜੋ ਕਿ ਦਸੰਬਰ 30, 2021 ਨੂੰ ਸਵੇਰੇ 8:05 ਦਾ ਸਮਾਂ ਸੀ, ਜਦੋਂ ਸਰੀ RCMP ਨੂੰ ਗੋਲੀ ਚੱਲਣ ਦੇ ਬਾਰੇ ਜਾਣਕਾਰੀ ਮਿਲੀ। 139 ਬਲਾਕ ਤੇ ਲਾਰਲ ਡਰਾਈਵ ਦੇ ਉੱਤੇ ਇੱਕ ਘਰ ਦੇ ਉੱਤੇ ਇਹ ਵਾਪਰਿਆ, ਜਿਸ ਦੇ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਮੌਕੇ ਦੇ ਉੱਤੇ ਪਹੁੰਚੇ ਤਾਂ ਉੱਥੇ ਇੱਕ ਵਿਅਕਤੀ ਜ਼ਖਮੀ ਹਾਲਤ ਵਿੱਚ ਮੌਜੂਦ ਸੀ, ਜਿਸ ਨੂੰ ਕਿ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਇਸ ਦੌਰਾਨ ਉਸ ਵਿਅਕਤੀ ਦੀ ਹਾਲਤ ਗੰਭੀਰ ਹੋਣ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸ਼ੁਰੂਆਤੀ ਜਾਂਚ ਦੇ ਵਿੱਚ ਪੁਲਿਸ ਦਾ ਮੰਨਣਾ ਹੈ ਕਿ ਦੋਵੇਂ ਪਾਰਟੀਆਂ ਜਿਨ੍ਹਾਂ ਦੇ ਵੱਲੋਂ ਇਸ ਮੌਕੇ ਗੋਲੀ ਚਲਾਈ ਵੀ ਗਈ ਤੇ ਜਿਸ ਦੇ ਉੱਤੇ ਵੀ ਗੋਲੀ ਚਲਾਈ ਗਈ ਇੱਕ ਦੂਜੇ ਨੂੰ ਜਾਣਦੇ ਸਨ, ਜਿਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦੇ ਵੱਲੋਂ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਮੌਕੇ ਦੇ ਉੱਤੇ ਮੌਜੂਦ ਨਹੀਂ ਸਨ।
ਇਸ ਦੇ ਨਾਲ ਹੀ ਕਈ ਘੰਟੇ ਤੱਕ ਉਸ ਖੇਤਰ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਗਈ, ਜਿਸ ਦੇ ਬਾਰੇ ਸਰੀ ਆਰਸੀਐਮਪੀ ਨੇ ਕਿਹਾ ਕਿਸੇ ਹੋਰ ਨੂੰ ਕੋਈ ਜਾਣਕਾਰੀ ਹੋਵੇ ਤਾਂ 604 5990 502 ਤੇ ਫੋਨ ਕਰਕੇ ਦੱਸਿਆ ਜਾ ਸਕਦਾ ਹੈ। ਅੱਗੇ ਜਾਣਕਾਰੀ ਜਿਵੇਂ ਵੱਖ-ਵੱਖਰੇ ਸੂਬਿਆਂ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ, ਸਸਕੈਚੁਅਨ ਦੇ ਵਿੱਚ ਵੀ ਇਹੋ ਹਾਲ ਹੈ। ਰਜਾਇਨਾ ਤੋਂ ਅੰਕੜੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ 137 ਸਾਲ ਪੁਰਾਣਾ ਤਾਪਮਾਨ ਦਾ ਰਿਕਾਰਡ ਟੁੱਟ ਗਿਆ ਹੈ ਰਜਾਇਨਾ ਦੇ ਵਿੱਚ, ਜਿੱਥੇ ਕਿ -38.6 ਡਿਗਰੀ ਤੱਕ ਤਾਪਮਾਨ ਮੰਗਲਵਾਰ ਨੂੰ ਪਾਇਆ ਗਿਆ, ਜੋ ਕਿ 28 ਦਸੰਬਰ ਨੂੰ -37.2 ਡਿਗਰੀ ਤੱਕ ਸਾਲ 1884 ਦੇ ਵਿੱਚ ਪਾਇਆ ਗਿਆ ਸੀ। ਉਸ ਤੋਂ ਬਾਅਦ ਹੁਣ ਅਜਿਹਾ ਹੋਇਆ ਕਿ ਇੰਨਾ ਘੱਟ ਤਾਪਮਾਨ ਰਜਾਇਨਾ ਦੇ ਵਿੱਚ ਪਾਇਆ ਗਿਆ ਹੋਵੇ। এনवायरमेंट ਤੇ ਕਲਾਈਮੇਟ ਚੇਂਜ ਕੈਨੇਡਾ ਨੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਹਿਸਾਬ ਨਾਲ ਇਸ ਸਾਲ ਰਜਾਇਨਾ ਵਿੱਚ ਘੱਟ ਤਾਪਮਾਨ ਪਾਇਆ ਗਿਆ ਹੈ। ਸਨ 1883 ਤੋਂ ਬਾਅਦ ਹੁਣ ਤੱਕ ਅਜਿਹਾ ਕਦੀ ਨਹੀਂ ਸੀ ਪਾਇਆ ਗਿਆ, ਜਿਸ ਦੇ ਕਿ ਮੰਗਲਵਾਰ ਨੂੰ ਰਿਕਾਰਡ ਹੀ ਟੁੱਟ ਗਏ। ਸਸਕੈਚੁਅਨ ਦੇ ਕਈ ਹਿੱਸਿਆਂ ਦੇ ਵਿੱਚ এনवायरमेंट ਕੈਨੇਡਾ ਨੇ ਕੜਾਕੇ ਦੀ ਠੰਡ ਸੰਬੰਧੀ ਚੇਤਾਵਨੀ ਜਾਰੀ ਕੀਤੀ ਹੋਈ ਹੈ। ਕੈਨੇਡਾ ਦੇ ਹੋਰ ਕਈ ਸੂਬਿਆਂ ਵਿੱਚ ਤਾਪਮਾਨ ਸੰਬੰਧੀ ਇਸ ਸਮੇਂ ਰਿਕਾਰਡ ਟੁੱਟ ਰਹੇ ਨੇ।